ਹੈਲੋ ਸਟੂਡੈਂਟਸ, ਅੱਜ ਅਸੀਂ ਕਲਾਸ 10th ਦੀ ਸਾਹਿਤਮਾਲਾ ਪੁਸਤਕ ਦੇ ਵਿੱਚੋਂ ਡਾਕਟਰ ਬਲਵੀਰ ਸਿੰਘ ਦੁਆਰਾ ਲਿਖਿਆ ਲੇਖ ਪ੍ਰਾਰਥਨਾ ਬਾਰੇ ਪੜ੍ਹਾਂਗੇ। ਲੇਖਕ ਦੱਸਦਾ ਹੈ ਕਿ ਅਰਦਾਸ ਹਰ ਇੱਕ ਵਿਅਕਤੀ ਲਈ ਜ਼ਰੂਰੀ ਵਸਤੂ ਹੈ। ਜ਼ਿੰਦਗੀ ਵਿੱਚ ਅਜਿਹੇ ਕਈ ਮੌਕੇ ਆਉਂਦੇ ਹਨ ਜਦੋਂ ਵੱਡੇ ਤੋਂ ਵੱਡੇ ਰਾਠ ਵਿਅਕਤੀ ਲਈ ਵੀ ਅਰਦਾਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ। ਸੁਕਰਾਤ ਵਰਗਾ ਅਤਿਅੰਤ ਸਿਆਣਾ ਤੇ ਮੌਤ ਤੋਂ ਬੇਪਰਵਾਹ ਰਹਿਣ ਵਾਲਾ ਵਿਅਕਤੀ ਵੀ ਅਰਦਾਸ ਦਾ ਕਾਇਲ ਸੀ। ਅਰਦਾਸ ਇੱਕ ਫਰਜ਼ ਹੈ, ਇਸ ਦਾ ਉੱਤਰ ਗੈਰ ਜ਼ਰੂਰੀ ਹੈ। ਲੇਖਕ ਦੱਸਦਾ ਹੈ ਕਿ ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ, ਸਗੋਂ ਖਤੋ ਖਿਤਾਬਤ ਦਾ ਇੱਕ ਸਿਲਸਿਲਾ ਬਣ ਜਾਂਦੀ ਹੈ। ਸਿੱਖ ਧਰਮ ਵਿੱਚ ਅਰਦਾਸ ਦੀ ਇੱਕ ਖਾਸ ਅਹਿਮੀਅਤ ਹੈ। ਸਾਰੀਆਂ ਰਸਮਾਂ ਰੀਤਾਂ ਦੀ ਥਾਂ ਸਿੱਖ ਦੀ ਇੱਕ ਅਰਦਾਸ ਹੀ ਕਾਫੀ ਹੈ। ਇਸ ਵਿੱਚ ਸਿਰਫ ਅਰਦਾਸ ਦੀ ਜ਼ਰੂਰਤ ਹੀ ਨਹੀਂ ਦੱਸੀ ਗਈ, ਸਗੋਂ ਇਹ ਵੀ ਦੱਸਿਆ ਗਿਆ ਹੈ ਕਿ ਕਿਸੇ ਵੀ ਕੰਮ ਦਾ ਆਰੰਭ ਅਰਦਾਸ ਨਾਲ ਹੋਣਾ ਚਾਹੀਦਾ ਹੈ। ਅਰਦਾਸ ਹਰ ਸੰਸਾਰਿਕ ਮੌਕੇ ਉੱਪਰ ਕੀਤੀ ਜਾਂਦੀ ਹੈ, ਜਿਵੇਂ ਜਨਮ ਵੇਲੇ, ਮਰਨ ਵੇਲੇ, ਵਿਆਹ ਵੇਲੇ, ਜੰਗ ਵੇਲੇ, ਕਿਸੇ ਔਖੇ ਕਾਰਜ ਦੀ ਸਿੱਧੀ ਵੇਲੇ। ਸਿੱਖ ਧਰਮ ਵਿੱਚ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਹੈ। ਇਹ ਛੋਟੇ ਤੋਂ ਵੱਡੇ ਹੋਣ ਦਾ ਸਹਿਜ ਸੁਭਾਅ ਯਤਨ ਹੈ, ਜਾਂ ਉਹ ਕਹਿ ਲਵੋ ਕਿ ਸਰਬੱਤ ਦੇ ਭਾਵ ਵਿੱਚ ਲੀਨ ਹੁੰਦਿਆਂ ਇਹ ਸਾਡੇ ਸਾਰੇ ਨੁਕਸ ਦੂਰ ਕਰ ਦਿੰਦੀ ਹੈ ਜੋ ਸਾਡੇ ਵਿੱਚ ਛੋਟੇ ਹੋਣ ਕਰਕੇ ਹੈ, ਜਿਵੇਂ ਸਾਡਾ ਨਿਕਾਰਾਪਨ, ਸਾਡਾ ਕਮੀਨਾਪਨ, ਸਾਡਾ ਵੱਖਰਾਪਨ। ਇਹਨਾਂ ਸਭ ਤੋਂ ਅਸੀਂ ਆਪਣਾ ਖਹਿੜਾ ਛੁਡਾ ਸਕਦੇ ਹਾਂ। ਮਨੁੱਖ ਇਹਨਾਂ ਤੋਂ ਉੱਪਰ ਉੱਠ ਕੇ ਨਿੱਜ ਦੀ ਥਾਂ ਸਰਬੱਤ ਦੇ ਭਲੇ ਦੀ ਮੰਗ ਕਰਦਾ ਹੈ। ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਵਿਅਕਤੀ ਜਦੋਂ ਵੱਡੀਆਂ ਮੁਹਿੰਮਾਂ ਤੇ ਜਾਂਦੇ ਸੀ ਤਾਂ ਉਸ ਅਕਾਲ ਪੁਰਖ ਅੱਗੇ ਆਪਣੇ ਕਾਰਜ ਦੀ ਸਿੱਧੀ ਲਈ ਅਰਦਾਸ ਕਰਦੇ ਸੀ। ਇੱਕ ਵਾਰ ਇੱਕ ਸਰਦਾਰ ਜੋ ਪਹਿਲਾਂ ਧਾੜਵੀ ਸੀ, ਉਹ ਬਾਗੀ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਉਸਦੇ ਉੱਪਰ ਜਿੱਤ ਪ੍ਰਾਪਤ ਕਰਕੇ ਉਸਨੂੰ ਰੋਹਤਾਸ ਦੇ ਕਿਲੇ ਵਿੱਚ ਬੰਦ ਕਰ ਦਿੱਤਾ। ਇੱਕ ਦਿਨ ਉਸ ਕੈਦੀ ਨੂੰ ਕੁਟੀਆ ਦੇ ਵਿੱਚੋਂ ਇੱਕ ਪੁਰਾਣੀ ਪੋਥੀ ਲੱਗੀ। ਉਸਨੂੰ ਪੜ੍ਹ ਕੇ ਉਹ ਇਹ ਸੋਚਾਂ ਵਿੱਚ ਪੈ ਗਿਆ ਕਿ ਪਰਮਾਤਮਾ ਸਦਾ ਬਖਸ਼ਦਾ ਹੈ, ਕਿ ਉਹ ਉਸਦੀ ਮਿਹਰ ਦੀ ਛਾਂ ਹੇਠ ਨਹੀਂ ਆ ਸਕਦਾ। ਇੱਕ ਰਾਤ ਬਹੁਤ ਮੀਂਹ ਹਨੇਰੀ ਚੱਲੀ, ਕੈਦੀ ਨੂੰ ਨੀਂਦ ਨਾ ਆਈ। ਉਹ ਸਾਰੀ ਸੋਚ ਵਿੱਚ ਉਸਨੇ ਇਹ ਰਾਤ ਗੁਜ਼ਾਰ ਦਿੱਤੀ ਕਿ ਉਹ ਪਾਪੀ ਹੈ ਤੇ ਕੀ ਉਸਨੂੰ ਸਹਾਰਾ ਦੇਣ ਵਾਲਾ ਪਰਮਾਤਮਾ ਉਸਨੂੰ ਵੀ ਬਖਸ਼ੇਗਾ। ਇਹ ਗੱਲ ਸੋਚ ਕੇ ਉਸਦੇ ਮਨ ਵਿੱਚ ਪਛਤਾਵਾ ਹੋਇਆ ਤੇ ਉਹ ਪ੍ਰਾਰਥਨਾ ਕਰਨ ਲੱਗਾ ਕਿ ਹੇ ਅਕਾਲ ਪੁਰਖ, ਮੈਥੋਂ ਵੱਧ ਕੇ ਪਾਪੀ ਕੋਈ ਨਹੀਂ। ਮੈਂ ਕੁੰਭੀ ਦੇ ਨਰਕ ਦੇ ਯੋਗ ਹਾਂ, ਪਰ ਆਪ ਬਖਸ਼ੰਦ ਹੋ, ਮੈਨੂੰ ਵੀ ਬਖਸ਼ ਲਓ। ਇਹ ਪੜ੍ਹ ਕੇ ਕੈਦੀ ਦੇ ਮਨ ਨੂੰ ਬਹੁਤ ਜ਼ਿਆਦਾ ਪ੍ਰਸੰਨਤਾ ਹੋਈ, ਬਹੁਤ ਆਨੰਦ ਆਇਆ। ਇਸ ਤੋਂ ਕੁਝ ਸਮੇਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਰੋਹਤਾਸ ਦੇ ਕਿਲੇ ਆਏ ਤੇ ਰਾਤ ਨੂੰ ਬਿਮਾਰ ਹੋ ਗਏ। ਕਿਸੇ ਦਵਾ ਦਾਰੂ ਨੇ ਕੰਮ ਨਹੀਂ ਕੀਤਾ। ਅੱਧੀ ਰਾਤ ਨੂੰ ਮਹਾਰਾਜਾ ਸਾਹਿਬ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ, ਅਰਦਾਸ ਕੀਤੀ। ਸਵੇਰ ਵੇਲੇ ਮਹਾਰਾਜਾ ਰਣਜੀਤ ਸਿੰਘ ਰਾਜੀ ਹੋ ਗਏ। ਉਹਨਾਂ ਨੇ ਅਕਾਲ ਪੁਰਖ ਦਾ ਧੰਨਵਾਦ ਕਰਨ ਦੇ ਲਈ ਰਾਜਾ ਧਿਆਨ ਚੰਦ ਦੀ ਸਲਾਹ ਅਨੁਸਾਰ ਉਸ ਧਾੜਵੀ ਕੈਦੀ ਨੂੰ ਰਿਹਾ ਕਰ ਦਿੱਤਾ। ਜਦੋਂ ਉਸਨੇ ਮਹਾਰਾਜਾ ਸਾਹਿਬ ਅੱਗੇ ਪੇਸ਼ ਹੋ ਕੇ ਕੈਦਖਾਨੇ ਦਾ ਸਾਰਾ ਸਮਾਚਾਰ ਸੁਣਾਇਆ ਤੇ ਮਹਾਰਾਜ ਸਾਹਿਬ ਨੂੰ ਕਿਹਾ ਕਿ ਉਹ ਉਹਨਾਂ ਦੀ ਕਿਰਪਾ ਦੇ ਨਾਲ ਹੀ ਧਾੜਵੀ ਤੋਂ ਸਰਦਾਰ ਬਣਿਆ ਹੈ। ਉਹਨਾਂ ਦੀ ਕੈਦ ਵਿੱਚ ਆ ਕੇ ਹੀ ਉਹ ਆਪਣੇ ਸੱਚੇ ਪਰਮੇਸ਼ਵਰ ਦੇ ਪਿਆਰ ਤੋਂ ਜਾਣੂ ਹੋਇਆ ਹੈ। ਇਸ ਕਰਕੇ ਉਸ ਪਰਮਾਤਮਾ ਨੇ ਹੀ ਉਸਨੂੰ ਬਖਸ਼ ਕੇ ਇਸ ਕੈਦ ਤੋਂ ਉਸਦਾ ਛੁਟਕਾਰਾ ਕਰਵਾਇਆ ਹੈ। ਮਹਾਰਾਜਾ ਰਣਜੀਤ ਸਿੰਘ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ ਤੇ ਉਸਨੂੰ ਮੁੜ ਸਰਦਾਰੀ ਦੇਣੀ ਚਾਹੀ, ਪਰ ਉਸਨੇ ਸਰਦਾਰੀ ਲੈਣ ਤੋਂ ਮਨਾ ਕਰ ਦਿੱਤਾ। ਇਸ ਕਥਾ ਤੋਂ ਇਹ ਸਿੱਧ ਹੁੰਦਾ ਹੈ ਕਿ ਪਰਮਾਤਮਾ ਦੀ ਸੇਵਾ ਵਿੱਚ ਪ੍ਰਾਰਥਨਾ ਕਰਨੀ ਮਨ ਨੂੰ ਅਤਿਅੰਤ ਸ਼ਾਂਤੀ ਦਿੰਦੀ ਹੈ। ਅੰਤ ਅਸੀਂ ਸਭ ਨੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਣਾ ਹੈ, ਜਿੱਥੇ ਸਾਡੇ ਭਲੇ ਬੁਰੇ ਸਭ ਕੰਮਾਂ ਦਾ ਨਿਤਾਰਾ ਹੋਣਾ ਹੈ।
ਸਾਡੀ ਭਲਾਈ ਇਸੇ ਵਿੱਚ ਹੈ ਕਿ ਅਸੀਂ ਪ੍ਰਾਰਥਨਾ ਦੁਆਰਾ ਉਸ ਜਗਤ ਪਿਤਾ ਤੋਂ ਆਪਣੇ ਪਾਪ ਬਖਸ਼ਾਈਏ ਅਤੇ ਮਨ ਨੂੰ ਕਰਤਾਰ ਵੱਲ ਲਾ ਕੇ ਸਦਾ ਪ੍ਰਾਰਥਨਾ ਕਰੀਏ। ਥੈਂਕ ਯੂ।